Hello dear students, how are you all? Welcome back. Dear students, today we are going to discuss about our next chapter of class 8th science subject, that is friction. ਮੀਨਸ ਇਸ ਵੀਡੀਓ ਦੇ ਵਿੱਚ ਅਸੀਂ 8ਵੀਂ ਕਲਾਸ ਦੇ ਸਾਇੰਸ ਵਿਸ਼ੇ ਨਾਲ ਸੰਬੰਧਿਤ ਚੈਪਟਰ ਨੰਬਰ 12 ਜਿਸ ਦਾ ਨਾਮ ਹੈ ਰਗੜ ਉਸ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ। ਤਾਂ ਇਸ ਦੇ ਬੈਕ ਐਕਸਰਸਾਈਜ਼ ਦੇ ਕੁਐਸਚਨ ਜਿਹੜੇ ਆ ਉਹ ਅਸੀਂ ਇਸ ਵੀਡੀਓ ਦੇ ਵਿੱਚ ਕਰਾਂਗੇ। ਤੇ ਪਿਆਰੇ ਵਿਦਿਆਰਥੀਓ, ਸਭ ਤੋਂ ਪਹਿਲਾਂ ਹੈਗੀ ਆ ਰਗੜ ਦੀ ਡੈਫੀਨੇਸ਼ਨ। ਰਗੜ ਦੀ ਡੈਫੀਨੇਸ਼ਨ ਕੀ ਹੁੰਦੀ ਹੈ ਕਿ ਰਗੜ ਉਹ ਪ੍ਰਤੀਰੋਧੀ ਬਲ ਹੈ। ਠੀਕ ਹੈ, ਮਤਲਬ ਉਹ ਅਪੋਜ਼ਿੰਗ ਫੋਰਸ ਹੈ ਜੋ ਕਿਸੇ ਵਸਤੂ ਦੇ ਦੂਸਰੇ ਵਸਤੂ ਦੇ ਉੱਪਰ ਦਾ ਮਤਲਬ ਸਤਾ, ਠੀਕ ਹੈ, ਉੱਪਰ ਗਤੀ ਤੋਂ ਉਲਟ ਦਿਸ਼ਾ ਵਿੱਚ ਲੱਗਦਾ ਹੈ। ਗਤੀ ਤੋਂ ਕਿਹੜੀ ਦਿਸ਼ਾ ਵਿੱਚ ਲੱਗਦਾ ਹੈ? ਉਲਟ ਦਿਸ਼ਾ ਵਿੱਚ। ਤੇ ਬੱਚੋ ਇਹ ਹੈਗੀ ਡੈਫੀਨੇਸ਼ਨ। ਇਸ ਨੂੰ ਅੱਜ ਆਓ ਅਸੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਮੰਨ ਲਓ ਤੁਹਾਡੇ ਕੋਲ ਇੱਕ ਸਰਫੇਸ ਹੈ ਇਸ ਤਰ੍ਹਾਂ, ਉਸ ਸਰਫੇਸ ਦੇ ਉੱਪਰ ਇੱਕ ਹੋਰ ਆਬਜੈਕਟ ਜਿਹੜੀ ਆ, ਇਹ ਸਰਫੇਸ ਹੈ, ਇਸ ਸਰਫੇਸ ਦੇ ਉੱਪਰ ਇੱਕ ਆਬਜੈਕਟ ਰੱਖੀ ਹੋਈ ਹੈ। ਠੀਕ ਹੈ, ਹੁਣ ਇਹ ਆਬਜੈਕਟ ਤੇ ਮੰਨ ਲਓ ਅਸੀਂ ਕੋਈ ਫੋਰਸ ਲਗਾ ਰਹੇ ਹਾਂ ਔਰ ਅਸੀਂ ਪਿਛਲੇ ਅਧਿਆਏ ਵਿੱਚ ਯਾਨੀ ਕਿ ਚੈਪਟਰ ਵਿੱਚ ਪੜ੍ਹ ਕੇ ਆਏ ਸੀ ਕਿ ਜਦੋਂ ਵੀ ਕਿਸੇ ਆਬਜੈਕਟ ਤੇ ਫੋਰਸ ਲੱਗਦੀ ਹੈ ਤਾਂ ਉਹ ਆਬਜੈਕਟ ਜਿਹੜੀ ਡਾਇਰੈਕਸ਼ਨ 'ਚ ਅਸੀਂ ਫੋਰਸ ਲਗਾਉਂਦੇ ਹਾਂ ਉਸੇ ਡਾਇਰੈਕਸ਼ਨ ਵਿੱਚ ਉਹ ਆਬਜੈਕਟ ਜਿਹੜੀ ਮੂਵ ਕਰਨਾ ਸ਼ੁਰੂ ਕਰ ਜਾਂਦੀ। ਤਾਂ ਇਹਦਾ ਮੋਸ਼ਨ ਜਿਹੜਾ ਆ ਉਹ ਇਸ ਡਾਇਰੈਕਸ਼ਨ ਦੇ ਵਿੱਚ ਹੋਏਗਾ। ਓਕੇ, ਜਦੋਂ ਇਹ ਬੱਚੇ ਇਸ ਆਬਜੈਕਟ ਨੇ ਇਸ ਸਰਫੇਸ ਤੇ मूव करना है तो नीचे वाले सरफेस ने मतलब सैकेंड सरफेस ने फर्स्ट सरफेस के उपर की है एक ओपोजिट डायरैक्शन दे विच की हैगा एक प्रतिरोधी बल लगाना है। ठीक है, की लगाना है? प्रतिरोधी बल, मतलब वो भी एक तरह की फोर्स होनी है और ਉਹ ਫੋਰਸ ਦੀ ਜਿਹੜੀ ਖਾਸੀਅਤ ਇਹ ਹੈਗੀ ਆ ਕਿ ਇਹ ਫੋਰਸ ਜਿਹੜੀ ਆ ਇਸ ਫੋਰਸ ਦੇ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਹੋਣੀ। ਮਤਲਬ ਜਿਸ ਡਾਇਰੈਕਸ਼ਨ 'ਚ ਆਬਜੈਕਟ ਮੂਵ ਕਰ ਰਹੀ ਹੈ ਉਹ ਤੋਂ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਇਹ ਫੋਰਸ ਹੋਏਗੀ ਔਰ ਇਸ ਫੋਰਸ ਨੂੰ ਬੱਚੇ ਹੁਣ ਅਸੀਂ ਰਗੜ ਕਹਿੰਦੇ ਆ, ਮਤਲਬ ਅਸੀਂ ਇਹਨੂੰ ਕੀ ਆਖਦੇ ਆ? ਫ੍ਰਿਕਸ਼ਨ। ਠੀਕ ਹੈ, ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਫ੍ਰਿਕਸ਼ਨ ਯਾਨੀ ਕਿ ਰਗੜ ਬਲ ਜਿਹੜਾ ਹਮੇਸ਼ਾ ਲਗਾਏ ਗਏ ਬਲ ਦਾ ਵਿਰੋਧ ਕਰਦਾ ਹੈ। ਠੀਕ ਹੈ, ਮਤਲਬ ਇਹ ਅਪੋਜ਼ਿੰਗ ਫੋਰਸ ਹੁੰਦੀ ਹੈ। ਠੀਕ ਹੈ, ਤਾਂ ਫ੍ਰਿਕਸ਼ਨ ਇੱਕ ਤਰ੍ਹਾਂ ਦੀ ਕੀ ਹੈ? ਅਪੋਜ਼ਿੰਗ ਫੋਰਸ। ਇਹ ਸਾਰੇ ਬੱਚਿਆਂ ਨੇ ਹੁਣ ਯਾਦ ਰੱਖਣਾ ਹੈ। ਓਕੇ, ਔਰ ਇਹ ਪਿਆਰੇ ਵਿਦਿਆਰਥੀਓ ਸਤ੍ਹਾ ਦੇ ਮੁਲਾਇਮਪਨ ਦੇ ਉੱਪਰ ਨਿਰਭਰ ਕਰਦਾ ਹੈ। ਮਤਲਬ ਜਿਹੜੀ ਸਤ੍ਹਾ ਦੇ ਉੱਪਰ ਇਹਨੂੰ ਮੂਵ ਕਰਨਾ ਹੈ ਉਹਦੇ ਮੁਲਾਇਮਪਨ ਤੇ ਨਿਰਭਰ ਕਰੇਗਾ। ਮਤਲਬ ਜਿਹੜੀ ਸਤ੍ਹਾ ਮੁਲਾਇਮ ਹੋਏਗੀ ਉੱਥੇ ਫ੍ਰਿਕਸ਼ਨਲ ਫੋਰਸ ਜਿਹੜੀ ਆ ਘੱਟ ਹੋਣੀ ਹੈ। ਠੀਕ ਹੈ, ਔਰ ਜਿੱਥੇ ਖੁਰਦਰਾਪਨ ਹੋਏਗਾ ਉੱਥੇ ਫ੍ਰਿਕਸ਼ਨਲ ਫੋਰਸ ਜਿਹੜੀ ਆ ਉਹ ਜ਼ਿਆਦਾ ਹੋਏਗੀ। ਤੋ ਆਓ ਬੱਚੋ ਅੱਗੇ ਅਸੀਂ ਹੁਣ ਰਗੜ ਬਲ ਦਾ ਕਾਰਨ ਵੀ ਸਮਝ ਲੈਂਦੇ ਹਾਂ। ਪਿਆਰੇ ਵਿਦਿਆਰਥੀਓ, ਆਪਣੇ ਹੱਥਾਂ ਨੂੰ ਦੇਖੋ, ਤੁਸੀਂ ਹੱਥਾਂ ਦੇ ਵਿੱਚ ਵੀ ਕੁਝ ਅਨਿਯਮਤਾਵਾਂ ਇਸ ਤਰ੍ਹਾਂ ਇਰੈਗੂਲਰਿਟੀਜ਼ ਦੇਖੋਗੇ। ਠੀਕ ਹੈ, ਇੱਦਾਂ ਹੀ ਬੱਚੇ ਆਬਜੈਕਟਸ ਸਾਰੀਆਂ ਵਸਤੂਆਂ ਹੁੰਦੀਆਂ ਨੇ ਉਹਨਾਂ ਦੀ ਸਰਫੇਸ ਦੇ ਉੱਪਰ ਵੀ ਇਸ ਤਰ੍ਹਾਂ ਇਰੈਗੂਲਰਿਟੀਜ਼ ਹੁੰਦੀਆਂ ਨੇ। ਹੁਣ ਮੰਨ ਲਓ ਇੱਕ ਸਰਫੇਸ ਨੂੰ, ਮੰਨ ਲਓ ਫਸਟ ਸਰਫੇਸ ਨੂੰ ਕਿਸੇ ਹੋਰ ਸਰਫੇਸ ਦੇ ਉੱਪਰ ਅਸੀਂ ਕੀ ਆ ਇਸ ਤਰ੍ਹਾਂ ਕੀ ਆ ਰੱਖਿਆ ਹੋਇਆ ਹੈ। ਠੀਕ ਹੈ, ਤੋ ਪਿਆਰੇ ਵਿਦਿਆਰਥੀਓ ਇੱਥੇ ਹੁੰਦਾ ਕੀ ਹੈ? ਇਹਨਾਂ ਦੀ ਆਪਸ ਦੇ ਵਿੱਚ ਇੰਟਰਲੌਕਿੰਗ ਹੋ ਜਾਂਦੀ ਹੈ। ਠੀਕ ਹੈ, ਕੀ ਹੋ ਜਾਂਦੀ ਹੈ? ਇੰਟਰਲੌਕਿੰਗ। ਠੀਕ, ਜਦੋਂ ਇਹ ਇੰਟਰਲੌਕਿੰਗ ਹੋ ਗਈ, ਇਹੀ ਇੰਟਰਲੌਕਿੰਗ ਬੱਚੇ ਕਾਰਨ ਹੈ ਫ੍ਰਿਕਸ਼ਨ ਦਾ। ਮਤਲਬ ਕਿ ਇਸ ਇੰਟਰਲੌਕਿੰਗ ਫੋਰਸ ਨੂੰ ਕੀ ਹੈਗਾ ਆ ਅਸੀਂ ਓਵਰਕਮ ਕਰਾਂਗੇ ਤਾਂ ਹੀ ਉਹ ਆਬਜੈਕਟ ਜਿਹੜੀ ਆ ਉਹ ਫਿਰ ਮੂਵ ਕਰੇਗੀ। ਤੇ ਇਹ ਇੰਟਰਲੌਕਿੰਗ ਜਿਹੜੀ ਆ ਫਿਰ ਇੱਥੇ ਇਹਨੂੰ ਇੰਟਰਲੌਕਿੰਗ ਦਾ ਮਤਲਬ ਕੀ ਹੈ? ਅੰਤਰਬੰਧਨ। ਠੀਕ ਹੈ, ਤੋ ਅੰਤਰਬੰਧਨ ਕਿਹਦੇ ਕਰਕੇ ਹੈ? ਅਨਿਯਮਤਾਵਾਂ ਕਰਕੇ, ਮਤਲਬ ਇਰੈਗੂਲਰਿਟੀਜ਼ ਕਰਕੇ। ਤੋ ਅਸੀਂ ਇਹ ਕਹਿ ਸਕਦੇ ਹਾਂ ਕਿ ਰਗੜ ਬਲ ਦਾ ਕਾਰਨ ਕੀ ਹੁੰਦਾ ਹੈ? ਦੋ ਸਤ੍ਹਾ ਵਿੱਚ ਅਨਿਯਮਤਾਵਾਂ ਦੇ ਅੰਤਰਬੰਧਨ ਦੇ ਕਾਰਨ ਹੁੰਦਾ ਹੈ। ਮੀਨਸ ਫ੍ਰਿਕਸ਼ਨ ਇਜ਼ ਡਿਊ ਟੂ ਇੰਟਰਲੌਕਿੰਗ ਆਫ ਇਰੈਗੂਲਰਿਟੀਜ਼ ਬਿਟਵੀਨ ਟੂ ਸਰਫੇਸਿਸ। ਓਕੇ ਬੱਚੋ, ਤੇ ਉਸ ਤੋਂ ਬਾਅਦ ਆਓ ਹੁਣ ਬੱਚੇ ਅਸੀਂ ਫ੍ਰਿਕਸ਼ਨ ਦੀਆਂ ਟਾਈਪਸ ਵੀ ਪੜ੍ਹ ਲੈਂਦੇ ਹਾਂ। ਮਤਲਬ ਰਗੜ ਦੀਆਂ ਜਿਹੜੀਆਂ ਕਿਸਮਾਂ ਨੇ ਉਹਨਾਂ ਬਾਰੇ ਵੀ ਅਸੀਂ ਕੀ ਆ ਜਾਣਕਾਰੀ ਪ੍ਰਾਪਤ ਕਰਦੇ ਹਾਂ। ਤੇ ਬੱਚੇ ਰਗੜ ਜਿਹੜੀ ਆ ਉਹ ਤਿੰਨ ਤਰ੍ਹਾਂ ਦੀ ਹੁੰਦੀ ਹੈ। ਇਸ ਦੇ ਵਿੱਚ ਸਭ ਤੋਂ ਪਹਿਲਾਂ ਆ ਗਈ ਸਟੈਟਿਕ ਫ੍ਰਿਕਸ਼ਨ। ਕਿਹੜੀ ਆ ਗਈ? ਸਟੈਟਿਕ ਫ੍ਰਿਕਸ਼ਨ, ਮਤਲਬ ਕਿ ਸਥਿਤਿਕ ਰਗੜ। ਤੇ ਸੈਕਿੰਡ ਜਿਹੜੀ ਬੱਚੇ ਹੁੰਦੀ ਹੈ ਉਹਨੂੰ ਕਹਿੰਦੇ ਅਸੀਂ ਸਲਾਈਡਿੰਗ ਫ੍ਰਿਕਸ਼ਨ। ਕੀ ਆਖਦੇ ਆ? ਸਲਾਈਡਿੰਗ ਫ੍ਰਿਕਸ਼ਨ। ਓਕੇ, ਔਰ ਜਿਹੜੀ ਥਰਡ ਹੈਗੀ ਆ ਬੱਚੇ ਇਹਨੂੰ ਕਹਿੰਦੇ ਆ ਰੋਲਿੰਗ ਫ੍ਰਿਕਸ਼ਨ। ਰੋਲਿੰਗ ਫ੍ਰਿਕਸ਼ਨ। ਆਓ ਅਸੀਂ ਇਹਨਾਂ ਬਾਰੇ ਵੀ 1 ਬਾਏ 1 ਕਰਕੇ ਪੜ੍ਹ ਲੈਂਦੇ ਹਾਂ ਕਿਉਂਕਿ ਇਹ ਤੁਹਾਨੂੰ ਆਉਣੀਆਂ ਬਹੁਤ ਜ਼ਰੂਰੀ ਹੈ। ਫਿਰ ਹੀ ਤੁਸੀਂ ਇਹ ਚੈਪਟਰ ਜਿਹੜਾ ਉਹ ਸਾਰਾ ਕਰ ਸਕਦੇ ਹੋ। ਇਹਦੇ ਆਲੇ ਦੁਆਲੇ ਹੀ ਸਾਰਾ ਚੈਪਟਰ ਜਿਹੜਾ ਉਹ ਘੁੰਮਣਾ ਹੈ। ਤੇ ਇਸੇ ਹੀ ਟੌਪਿਕ ਦੇ ਵਿੱਚ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਹਨਾਂ ਤਿੰਨਾਂ ਦੇ ਵਿੱਚੋਂ ਕਿਹੜੀ ਫ੍ਰਿਕਸ਼ਨ ਜਿਹੜੀ ਆ ਸਭ ਤੋਂ ਜ਼ਿਆਦਾ ਹੁੰਦੀ ਹੈ ਤੇ ਕਿਹੜੀ ਘੱਟ ਹੁੰਦੀ ਹੈ। ਓਕੇ ਬੱਚੋ, ਤਾਂ ਸਭ ਤੋਂ ਪਹਿਲਾਂ ਹੈ ਸਟੈਟਿਕ ਫ੍ਰਿਕਸ਼ਨ। ਸਟੈਟਿਕ ਦਾ ਮਤਲਬ ਬੱਚੇ ਹੁੰਦਾ ਹੈ ਰੈਸਟ।
ठीक है की हुंदा है रेस्ट रेस्ट मतलब स्थितिक ठीक है ਜਦੋਂ ਕੋਈ ऑब्जेक्ट ਜਿਹੜੀ ਆ मूव नहीं कर रही ठीक है तो ਜਦੋਂ ਬੱਚੇ ਕੋਈ ऑब्जेक्ट मूव नहीं कर रही ਉਸ ਟਾਈਮ ਤੇ ਜਿਹੜੀ ਫ੍ਰਿਕਸ਼ਨਲ ਫੋਰਸ ਇੱਕ ਸਰਫੇਸ ਦੂਸਰੇ ਸਰਫੇਸ ਤੇ ਲਗਾਉਂਦਾ ਹੈ ਉਹਨੂੰ ਬੱਚੇ ਸਟੈਟਿਕ ਫ੍ਰਿਕਸ਼ਨ ਕਹਿੰਦੇ ਆ ਇਹਨੂੰ ਸਮਝਣ ਲਈ ਅਸੀਂ ਇੱਕ ਐਗਜ਼ਾਮਪਲ ਲੈਨੇ ਮੰਨ ਲਓ ਇੱਕ ਆ ਸਰਫੇਸ ਹੈਗਾ ਠੀਕ ਹੈ ਫਰਸਟ ਉਹਦੇ ਉੱਪਰ ਇੱਕ ਸੈਕਿੰਡ ऑब्जेक्ट ਜਿਹੜੀ ਪਈ ਹੈ ਠੀਕ ਹੈ ਹੁਣ ਬੱਚੇ ਇਹ ऑब्जेक्ट ਜਿਹੜੀ ਰੈਸਟ ਵਿੱਚ ਇਸੇ ਕਰਕੇ ਆ ਕਿਉਂਕਿ ਜਿੰਨਾ weight ਇਹ ऑब्जेक्ट ਜਿੰਨੀ ਫੋਰਸ ਇਹ ऑब्जेक्ट ਇਹ ਤੇ ਲਗਾ ਰਹੀ ਉਨੀ ऑब्जेक्ट ਜਿਹੜੀ ਆ ਦੂਸਰੀ ਥੱਲੇ ਵਾਲੀ ऑब्जेक्ट ਉੱਤੇ opposite डायरेक्शन 'ਚ ਫੋਰਸ ਲਗਾ ਰਹੀ ਠੀਕ ਹੈ ਤੋ ਇੱਥੇ ਬੱਚੇ ਅਗਰ ਅਸੀਂ ਮੰਨ ਲਓ ਕੋਈ ਹੋਰ ਫੋਰਸ ਬਾਹਰੋਂ ਐਕਸਟਰਨਲ ਫੋਰਸ ਇਸ ਡਾਇਰੈਕਸ਼ਨ ਦੇ ਵਿੱਚ ਲਗਾਉਂਦੇ ਆ ਤੇ ਬੱਚੋ ਇਹ ਫੋਰਸ ਜਿਹੜੀ ਆ ਉਹ ਕੀ ਆ ਇੱਥੇ ਇਹਦੇ ਕਰਕੇ ਆਬਜੈਕਟ ਜਿਹੜੀ ਆ ਇਸ ਡਾਇਰੈਕਸ਼ਨ ਦੇ ਵਿੱਚ ਮੂਵ ਕਰੇਗੀ ਠੀਕ ਹੈ ਤੇ ਬੱਚੋ ਇਸ ਫੋਰਸ ਨੂੰ ਜਿਹੜੀ ਹੈ ਲਗਾਈ ਗਈ ਫੋਰਸ ਆ ਉਸ ਨੂੰ ਇੱਥੇ ਜਿਹੜਾ ਥੱਲੇ ਵਾਲਾ ਸਰਫੇਸ ਹੈ ਠੀਕ ਹੈ ਫਰਸਟ ਸਰਫੇਸ ਹੈਗਾ ਉਹ ਵੀ ਇੱਕ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਫੋਰਸ ਲਗਾਏਗਾ ਤਾਂ ਕਿ ਆਬਜੈਕਟ ਮੂਵ ਨਾ ਕਰੇ ਠੀਕ ਹੈ ਤਾਂ ਉਹਦੇ ਮੋਸ਼ਨ ਨੂੰ ਰੋਕਣ ਦੇ ਲਈ ਜਿਹੜੀ ਉੱਥੇ ਆਪੋਜ਼ਿੰਗ ਫੋਰਸ ਲੱਗ ਰਹੀ ਹੈ ਉਹਨੂੰ ਬੱਚੇ ਅਸੀਂ ਕਹਿੰਦੇ ਆ ਸਟੈਟਿਕ ਫ੍ਰਿਕਸ਼ਨ ਤਾਂ ਕਿ ਜਿਹੜੀ ਉੱਪਰ ਵਾਲੀ ਆਬਜੈਕਟ ਹੈ ਉਹ ਕੀ ਹੈ ਰੈਸਟ ਵਿੱਚ ਹੀ ਰਵੇ ਓਕੇ ਤੋ ਇਹਨੂੰ ਬੱਚੇ ਸਟੈਟਿਕ ਫ੍ਰਿਕਸ਼ਨ ਆਖਦੇ ਆ ਉਸ ਤੋਂ ਬਾਅਦ ਸੈਕਿੰਡ ਜਿਹੜੀ ਟਾਈਪ ਦੀ ਫ੍ਰਿਕਸ਼ਨ ਹੈਗੀ ਸਲਾਈਡਿੰਗ ਫ੍ਰਿਕਸ਼ਨ ਮਤਲਬ ਕਿ ਸਰਕਣਸ਼ੀਲ ਤੇ ਜਦੋਂ ਬੱਚੇ ਸਲਾਈਡ ਕਰਨਾ ਮਤਲਬ ਸਰਕਣਾ ਖੁਦ ਕਿਸੇ ਆਬਜੈਕਟ ਨੇ ਇਸੇ ਕੰਡੀਸ਼ਨ ਨੂੰ ਅਸੀਂ ਦੁਬਾਰਾ ਲੈ ਲੈਂਦੇ ਆ ਕਿ ਜਦੋਂ ਇਸ ਆਬਜੈਕਟ ਤੇ ਇੰਨੀ ਕੁ ਫੋਰਸ ਲਗਾ ਦਿੱਤੀ ਤਾਂ ਕਿ ਇਸ ਆਬਜੈਕਟ ਨੇ ਕੀ ਆ ਇਹਦਾ ਮੋਸ਼ਨ ਜਿਹੜਾ ਇਸ ਡਾਇਰੈਕਸ਼ਨ ਦੇ ਵਿੱਚ ਹੋਣਾ ਸ਼ੁਰੂ ਹੋ ਗਿਆ ਠੀਕ ਹੈ ਜਦੋਂ ਇਹਦਾ ਮੋਸ਼ਨ ਹੋਣਾ ਸ਼ੁਰੂ ਹੋ ਗਿਆ ਉਸ ਟਾਈਮ ਤੇ ਵੀ ਇਹਦੇ ਤੇ ਜਿਹੜੀ ਸਰਕਣਸ਼ੀਲ ਜਿਹੜੀ ਫੋਰਸ ਅਪੋਜ਼ਿੰਗ ਫੋਰਸ ਲੱਗੇਗੀ ਜਿਸ ਨੂੰ ਅਸੀਂ ਸਰਕਣਸ਼ੀਲ ਰਗੜ ਕਹਾਂਗੇ ਮਤਲਬ ਸਲਾਈਡਿੰਗ ਫ੍ਰਿਕਸ਼ਨ ਕਹਾਂਗੇ ਠੀਕ ਹੈ ਮਤਲਬ ਜਦੋਂ ਇਹ ਆਬਜੈਕਟ ਨੇ ਸਲਾਈਡ ਕਰਨਾ ਸ਼ੁਰੂ ਕਰ ਦਿੱਤਾ ਉਸ ਟਾਈਮ ਤੇ ਜਿਹੜੀ ਫ੍ਰਿਕਸ਼ਨਲ ਫੋਰਸ ਆਪੋਜ਼ਿੰਗ ਡਾਇਰੈਕਸ਼ਨ ਦੇ ਵਿੱਚ ਲੱਗਦੀ ਹੈ ਉਹਨੂੰ ਅਸੀਂ ਕਹਿੰਦੇ ਆ ਸਲਾਈਡਿੰਗ ਫ੍ਰਿਕਸ਼ਨ ਠੀਕ ਹੈ ਕੀ ਆਖਦੇ ਆ ਸਲਾਈਡਿੰਗ ਫ੍ਰਿਕਸ਼ਨ ਔਰ ਬੱਚੇ ਸਲਾਈਡਿੰਗ ਫ੍ਰਿਕਸ਼ਨ ਦੇ ਵਿੱਚ ਜਿਹੜੀ ਇੰਟਰਲੌਕਿੰਗ ਆ ਉਹ ਬ੍ਰੇਕ ਹੋ ਗਈ ਹੁੰਦੀ ਆ ਜਿਹਦੇ ਕਰਕੇ ਇਹ ਫ੍ਰਿਕਸ਼ਨ ਸਥਿਤਿਕ ਫ੍ਰਿਕਸ਼ਨ ਦੇ ਨਾਲੋਂ ਮਤਲਬ ਸਥਿਤਿਕ ਰਗੜ ਦੇ ਨਾਲੋਂ ਕੀ ਹੁੰਦੀ ਹੈ ਘੱਟ ਹੁੰਦੀ ਹੈ ਠੀਕ ਹੈ ਇਹਦਾ ਮਤਲਬ ਸਟੈਟਿਕ ਫ੍ਰਿਕਸ਼ਨ ਜਿਹੜੀ ਆ ਉਹ ਜ਼ਿਆਦਾ ਹੁੰਦੀ ਹੈ ਕਿਹਦੇ ਨਾਲੋਂ ਸਲਾਈਡਿੰਗ ਫ੍ਰਿਕਸ਼ਨ ਦੇ ਨਾਲੋਂ ਠੀਕ ਹੈ ਸਲਾਈਡਿੰਗ ਫ੍ਰਿਕਸ਼ਨ ਇਜ਼ ਲੈਸਰ ਦੈਨ ਦੀ ਸਟੈਟਿਕ ਫ੍ਰਿਕਸ਼ਨ ਓਕੇ ਮਤਲਬ ਸਟੈਟਿਕ ਫ੍ਰਿਕਸ਼ਨ ਕੀ ਹੋ ਗਈ ਇਹਨੂੰ ਆਪਾਂ ਨੰਬਰ 1 ਦੇ ਦਈਏ ਸਭ ਤੋਂ ਜ਼ਿਆਦਾ ਹੁੰਦੀ ਹੈ ਉਸ ਤੋਂ ਬਾਅਦ ਕੀ ਹੋ ਗਈ ਸਰਕਣਸ਼ੀਲ ਠੀਕ ਹੈ ਉਸ ਤੋਂ ਬਾਅਦ ਬੱਚੇ ਰੋਲਿੰਗ ਫ੍ਰਿਕਸ਼ਨ ਦਾ ਬਹੁਤ ਈਜ਼ੀ ਹੈ ਕਿ ਜਦੋਂ ਆਬਜੈਕਟ ਨੇ ਹੁਣ ਰੋਲ ਕਰਨਾ ਸ਼ੁਰੂ ਕਰਤਾ ਮੰਨ ਲਓ ਕੋਈ ਸਰਕੂਲਰ ਆਬਜੈਕਟ ਹੈ ਜਦੋਂ ਉਹ ਰੋਲ ਕਰਦੀ ਹੈ ਲਾਈਕ ਦਿਸ ਠੀਕ ਹੈ ਤਾਂ ਰੋਲ ਕਰਨ ਦੇ ਨਾਲ ਕੀ ਹੈ ਜਿਹੜਾ ਥੱਲੇ ਵਾਲਾ ਸਰਫੇਸ ਹੈ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਜਿਹੜੀ ਫੋਰਸ ਲਗਾਉਂਦਾ ਉਹਨੂੰ ਬੱਚੇ ਅਸੀਂ ਰੋਲਿੰਗ ਫ੍ਰਿਕਸ਼ਨ ਕਹਿ ਦਿੰਦੇ ਆ ਠੀਕ ਹੈ ਕੀ ਆਖਦੇ ਆ ਰੋਲਿੰਗ ਫ੍ਰਿਕਸ਼ਨ ਤੇ ਰੋਲਿੰਗ ਫ੍ਰਿਕਸ਼ਨ ਬੱਚੇ ਸਭ ਤੋਂ ਘੱਟ ਹੁੰਦੀ ਹੈ ਮਤਲਬ ਥਰਡ ਨੰਬਰ ਜਿਹੜਾ ਹੈ ਇਹਦਾ ਹੋ ਗਿਆ ਠੀਕ ਤਾਂ ਫਰਸਟ ਨੰਬਰ ਤੇ ਸਟੈਟਿਕ ਫ੍ਰਿਕਸ਼ਨ ਸਲਾਈਡਿੰਗ ਫ੍ਰਿਕਸ਼ਨ ਦੂਸਰੇ ਨੰਬਰ ਤੇ ਰੋਲਿੰਗ ਫ੍ਰਿਕਸ਼ਨ ਥਰਡ ਨੰਬਰ ਦੇ ਉੱਪਰ ਠੀਕ ਹੈ ਇਹ ਸਾਰੇ ਬੱਚਿਆਂ ਨੇ ਯਾਦ ਰੱਖਣਾ ਅਗਰ ਤੁਹਾਨੂੰ ਇਹ ਟੌਪਿਕ ਹੁਣ ਆ ਗਿਆ ਮਤਲਬ ਇਹਦੇ ਵਿੱਚ ਦੇਖੋ ਇੱਕ ਡੈਫੀਨੇਸ਼ਨ ਕਰ ਲਈ ਅਸੀਂ ਠੀਕ ਹੈ ਡੈਫੀਨੇਸ਼ਨ ਕਰ ਲਈ ਫਿਰ ਉਸ ਤੋਂ ਬਾਅਦ ਉਹਦਾ ਕੌਜ਼ ਕਰ ਲਿਆ ਕਿ ਕੌਜ਼ ਜਿਹੜਾ ਹੈ ਉਹ ਕਾਹਦੇ ਕਰਕੇ ਹੁੰਦਾ ਅਨਿਯਮਤਾਵਾਂ ਕਰਕੇ ਠੀਕ ਹੈ ਉਹਨਾਂ ਦੇ ਅੰਤਰਬੰਧਨ ਕਰਕੇ ਉਸ ਤੋਂ ਬਾਅਦ ਤਿੰਨੋਂ ਟਾਈਪ ਦੀਆਂ ਫ੍ਰਿਕਸ਼ਨ ਕਰ ਲਈਆਂ ਉਹਨਾਂ ਦੇ ਵਿੱਚ ਕੰਪੈਰੀਜ਼ਨ ਵੀ ਕਰ ਲਿਆ ਓਕੇ ਬੱਚਿਓ ਤੇ ਇੱਕ ਗੱਲ ਹੋਰ ਹੈ ਬੱਚੇ ਜਦੋਂ ਰਗੜ ਪੈਦਾ ਹੁੰਦੀ ਹੈ ਤਾਂ ਉਹਦੇ ਨਾਲ ਬੱਚੇ ਗਰਮੀ ਵੀ ਪੈਦਾ ਹੁੰਦੀ ਹੈ ਮਤਲਬ ਰਗੜ ਕਰਕੇ ਗਰਮੀ ਮਤਲਬ ਹੀਟ ਪੈਦਾ ਹੁੰਦੀ ਹੈ ਠੀਕ ਹੈ ਇਹ ਵੀ ਸਾਰੇ ਬੱਚਿਆਂ ਨੇ ਯਾਦ ਕਰਨਾ ਰੱਖਣਾ ਹੈ ਜੇ ਤੁਹਾਨੂੰ ਹੁਣ ਇਹ ਇੰਨਾ ਕੀ ਸਮਝ ਆ ਗਿਆ ਤੇ ਸਾਰੇ ਹੁਣ ਕੁਐਸਚਨ ਤੁਸੀਂ ਆਰਾਮ ਨਾਲ ਕਰ ਸਕਦੇ ਹੋ ਸੋ ਆਓ ਬੱਚਿਓ ਇਹਨਾਂ ਦੇ ਹੁਣ ਕੁਐਸਚਨ ਆਨਸਰ ਕਰਦੇ ਹਾਂ ਸਭ ਤੋਂ ਪਹਿਲਾ ਜਿਹੜਾ ਕੁਐਸਚਨ ਹੈਗਾ ਬੱਚੇ ਇਸ ਵਿੱਚ ਜੋ NCERT ਦੇ ਹਨ ਉਹ ਅਸੀਂ ਕਰਨ ਜਾ ਰਹੇ ਹਾਂ ਉਹਦੇ ਵਿੱਚ ਸਭ ਤੋਂ ਪਹਿਲਾ ਕੁਐਸਚਨ ਹੈਗਾ ਆ ਖਾਲੀ ਥਾਵਾਂ ਭਰੋ ਮਤਲਬ ਫਿਲ ਇਨ ਦੀ ਬਲੈਂਕਸ ਓਕੇ ਤੋ ਇਹਦੇ ਵਿੱਚ ਕੀ ਹੈਗਾ ਰਗੜ ਇੱਕ ਦੂਜੇ ਦੇ ਸੰਪਰਕ ਵਿੱਚ ਰੱਖੀਆਂ ਦੋ ਵਸਤੂਆਂ ਦੀ ਸਤ੍ਹਾ ਵਿੱਚ ਡੈਸ਼ ਦਾ ਵਿਰੋਧ ਕਰਦੀ ਹੈ ਬੱਚੇ ਅਸੀਂ ਹੁਣੇ ਪੜ੍ਹ ਕੇ ਆਏ ਹਾਂ ਕਿਹਦਾ ਵਿਰੋਧ ਕਰਦੀ ਹੈ ਉਹ ਗਤੀ ਦਾ ਵਿਰੋਧ ਕਰਦੀ ਹੈ ਠੀਕ ਹੈ ਯਾਦ ਕਰੋ ਇੱਕ ਸਰਫੇਸ ਦੇ ਉੱਪਰ ਦੂਸਰਾ ਸਰਫੇਸ ਹੈ ਜਦੋਂ ਉੱਤੇ ਕੀ ਹੈ ਫੋਰਸ ਲਗਾਈ ਇਸ ਆਬਜੈਕਟ ਨੇ ਇੱਧਰ ਨੂੰ ਮੂਵ ਕਰਨਾ ਥੱਲੇ ਵਾਲੇ ਨੇ ਕੀ ਹੈ ਉੱਤੇ ਅਪੋਜ਼ਿੰਗ ਫੋਰਸ ਲਗਾਣੀ ਜਿਹਨੂੰ ਅਸੀਂ ਕਹਿ ਦਿੰਦੇ ਫ੍ਰਿਕਸ਼ਨ ਔਰ ਇਹ ਕੀ ਹੈ ਉਹਦਾ ਗਤੀ ਦਾ ਵਿਰੋਧ ਕਰਦੀ ਹੈ ਠੀਕ ਹੈ means friction oppose the motion between surfaces in contact with each other ਓਕੇ ਬੱਚਿਓ ਉਸ ਤੋਂ ਬਾਅਦ ਆ ਵੀ ਟੌਪਿਕ ਅਸੀਂ ਪੜ੍ਹਿਆ ਕਿ ਰਗੜ ਸਤ੍ਹਾ ਦੇ ਡੈਸ਼ ਤੇ ਨਿਰਭਰ ਕਰਦੀ ਹੈ ਬੱਚੇ ਕਿਤੇ ਨਿਰਭਰ ਕਰਦੀ ਹੈ ਸੁਭਾਅ ਤੇ ਠੀਕ ਹੈ ਮਤਲਬ ਇਹ ਨੇਚਰ ਤੇ ਡਿਪੈਂਡ ਕਰਦੀ ਹੈ ਫ੍ਰਿਕਸ਼ਨ ਡਿਪੈਂਡ ਅਪਨ ਦੀ ਨੇਚਰ ਆਫ ਦੀ ਸਰਫੇਸਿਸ
ਥਰਡ ਬੱਚੇ ਫਿਲਅਪ ਹੈਗੀ ਹੈ ਰਗੜ ਨਾਲ ਡੈਸ਼ ਪੈਦਾ ਹੁੰਦੀ ਹੈ। ਬੱਚੋ ਇਹ ਵੀ ਅਸੀਂ ਹੁਣੇ ਕਰਕੇ ਆਏ ਸੀ ਕਿ ਕੀ ਪੈਦਾ ਹੁੰਦੀ ਹੈ, ਗਰਮੀ। ਠੀਕ ਹੈ, ਮਤਲਬ ਫ੍ਰਿਕਸ਼ਨ ਪ੍ਰੋਡਿਊਸਿਸ ਹੀਟ। ਓਕੇ, ਉਸ ਤੋਂ ਬਾਅਦ ਬੱਚੇ ਆ ਤੁਸੀਂ ਸਾਰੇ ਬੱਚਿਆਂ ਨੇ ਕੰਮ ਕੀਤਾ ਹੀ ਹੋਣਾ ਕਿ ਕੈਰਮ ਬੋਰਡ ਦੇ ਉੱਪਰ ਅਸੀਂ ਪਾਊਡਰ ਛਿੜਕਾਉਂਦੇ ਹਾਂ। ਉਹ ਪਾਊਡਰ ਛਿੜਕਾਉਣ ਨਾਲ ਹੁੰਦਾ ਕੀ ਹੈ ਬੱਚੇ, ਕੈਰਮ ਬੋਰਡ ਦੀ ਜਿਹੜੀ ਹੈ ਸਰਫੇਸ ਦੀ ਰਗੜ ਜਿਹੜੀ ਆ ਉਹ ਘਟ ਜਾਂਦੀ ਹੈ। ਠੀਕ ਹੈ, ਤੋ ਬੱਚਿਓ ਇੱਥੇ ਅਸੀਂ ਕੀ ਕਹਾਂਗੇ ਕਿ ਰਗੜ ਘਟ ਗਈ। ਸਪ੍ਰਿੰਕਲਿੰਗ ਆਫ ਪਾਊਡਰ ਔਨ ਦੀ ਕੈਰਮ ਬੋਰਡ ਰਿਡਿਊਸਿਸ ਦੀ ਫ੍ਰਿਕਸ਼ਨ। ਓਕੇ, ਉਸ ਤੋਂ ਬਾਅਦ ਸਰਕਣਸ਼ੀਲ ਰਗੜ ਸਥਿਤਿਕ ਰਗੜ ਨਾਲੋਂ ਡੈਸ਼ ਹੁੰਦੀ ਹੈ। ਬੱਚੇ ਇਹ ਵੀ ਹੁਣੇ ਅਸੀਂ ਕਰਕੇ ਆਏ ਹਾਂ ਕਿ ਸਰਕਣਸ਼ੀਲ ਰਗੜ ਸਥਿਤਿਕ ਰਗੜ ਨਾਲੋਂ ਕੀ ਹੁੰਦੀ ਹੈ ਬੱਚੇ, ਲੈਸਰ, ਮਤਲਬ ਘੱਟ ਹੁੰਦੀ ਹੈ। ਮੀਨ ਸਲਾਈਡਿੰਗ ਫ੍ਰਿਕਸ਼ਨ ਇਜ਼ ਲੈਸਰ ਦੈਨ ਦੀ ਸਟੈਟਿਕ ਫ੍ਰਿਕਸ਼ਨ। ਓਕੇ ਜੀ, ਤੋ ਇਹ ਫਿਲਅਪਸ ਸਾਰੇ ਬੱਚਿਆਂ ਨੇ ਕਰਨੇ ਆ, ਆਉਣੇ ਚਾਹੀਦੇ ਸਾਰੇ ਬੱਚਿਆਂ ਨੂੰ। ਸੈਕਿੰਡ ਜਿਹੜਾ ਕੁਐਸਚਨ ਹੈਗਾ ਇਹ ਹੈਗਾ 4 ਬੱਚਿਆਂ ਨੂੰ ਵੇਲਣੀ ਰਗੜ, ਸਥਿਤਿਕ ਰਗੜ ਅਤੇ ਸਰਕਣਸ਼ੀਲ ਰਗੜ ਦੇ ਕਾਰਨ ਬਲਾਂ ਨੂੰ ਘਟਦੇ ਰੂਪ ਵਿੱਚ ਵਿਵਸਥਿਤ ਕਰਨ ਲਈ ਕਿਹਾ। ਉਹਨਾਂ ਦੀ ਵਿਵਸਥਾ ਹੇਠ ਲਿਖੇ ਦਿੱਤੇ ਅਨੁਸਾਰ ਹੈ। ਤੇ ਬੱਚੇ ਅਸੀਂ ਆ ਦੇਖੋ ਟੌਪਿਕ ਪੜ੍ਹ ਕੇ ਆਏ ਸੀਗੇ, ਕਿਹੜੀ ਆ ਦੇਖੋ, ਰੋਲਿੰਗ ਫ੍ਰਿਕਸ਼ਨ, ਮਤਲਬ ਵੇਲਣ ਰਗੜ, ਸਰਕਣਸ਼ੀਲ ਰਗੜ, ਉਸ ਤੋਂ ਬਾਅਦ ਸਥਿਤਿਕ ਰਗੜ। ਸਥਿਤਿਕ ਰਗੜ ਸਭ ਤੋਂ ਜ਼ਿਆਦਾ, ਸਰਕਣਸ਼ੀਲ ਉਸ ਤੋਂ ਬਾਅਦ, ਫਿਰ ਵੇਲਣ ਰਗੜ। ਹੁਣ ਇਹਦਾ ਆਨਸਰ ਤੁਸੀਂ ਆਰਾਮ ਨਾਲ ਦੇ ਸਕਦੇ ਹੋ। ਦੇਖੋ ਸਥਿਤਿਕ ਰਗੜ ਇਹ ਥਰਡ ਵਿੱਚ, ਦੇਖੋ ਸਥਿਤਿਕ ਰਗੜ ਸਭ ਤੋਂ ਜ਼ਿਆਦਾ, ਫਿਰ ਉਸ ਤੋਂ ਬਾਅਦ ਸਰਕਣਸ਼ੀਲ ਤੇ ਲਾਸਟ ਵਿੱਚ ਕਿਹੜੀਆਂ ਨਹੀਂ, ਵੇਲਣੀ ਰਗੜ। ਤੋਂ ਸਿੱਧਾ ਆਨਸਰ ਹੈ ਇਹਦਾ। ਠੀਕ ਹੈ, ਟੌਪਿਕ ਨੂੰ ਸਮਝ ਲਓ ਚੰਗੀ ਤਰ੍ਹਾਂ। ਮਤਲਬ 4 ਚਿਲਡਰਨ ਵਰ ਆਸਕਡ ਟੂ ਅਰੇਂਜ ਦੀ ਫੋਰਸਿਸ ਡਿਊ ਟੂ ਰੋਲਿੰਗ, ਸਟੈਟਿਕ ਐਂਡ ਸਲਾਈਡਿੰਗ ਫ੍ਰਿਕਸ਼ਨ ਇਨ ਡਿਕਰੀਜ਼ਿੰਗ ਆਰਡਰ। ਸਭ ਤੋਂ ਜ਼ਿਆਦਾ ਕਿਹੜੀ ਹੁੰਦੀ ਹੈ, ਸਟੈਟਿਕ, ਫਿਰ ਉਸ ਤੋਂ ਬਾਅਦ ਸਲਾਈਡਿੰਗ ਤੇ ਲਾਸਟ ਵਿੱਚ ਕਿਹੜੀ ਹੁੰਦੀ, ਰੋਲਿੰਗ। ਤੋਂ ਦਿਸ ਇਜ਼ ਦਾ ਰਾਈਟ ਆਨਸਰ ਆਫ ਦਿਸ ਕੁਐਸਚਨ। ਓਕੇ ਪਿਆਰੇ ਵਿਦਿਆਰਥੀਓ, ਥਰਡ ਕੁਐਸਚਨ ਹੈਗਾ, ਅਲੀਦਾ ਆਪਣੇ ਖਿਡੌਣਾ ਕਾਰ ਨੂੰ ਸੰਗਮਰਮਰ ਦੇ ਸੁੱਕੇ ਫਰਸ਼, ਸੰਗਮਰਮਰ ਦੇ ਗਿੱਲੇ ਫਰਸ਼, ਫਰਸ਼ ਉੱਤੇ ਵਿਛਾਏ ਅਖਬਾਰ ਅਤੇ ਫਰਸ਼ ਉੱਤੇ ਵਿਛਾਏ ਤੌਲੀਏ ਉੱਤੇ ਚਲਾਉਂਦੀ ਹੈ। ਤੇ ਕਾਰ ਦੀ ਵੱਖ-ਵੱਖ ਸਤ੍ਹਾ ਉੱਤੇ ਲੱਗੇ ਬਲ ਦਾ ਰਗੜ ਬਲ ਦਾ ਕਰਮ ਕੀ ਹੋਵੇਗਾ। ਬੱਚੇ ਦੇਖੋ ਜਦੋਂ ਤੌਲੀਏ ਦੇ ਉੱਪਰ ਕਾਰ ਨੂੰ ਚਲਾਉਣਾ ਹੈ ਤਾਂ ਉਹ ਚੱਲੇਗਾ ਨਹੀਂ, ਇਹਦਾ ਮਤਲਬ ਰਗੜ ਬਲ ਸਭ ਤੋਂ ਜ਼ਿਆਦਾ ਤੌਲੀਏ ਦੇ ਉੱਪਰ ਹੋਏਗਾ। ਠੀਕ ਹੈ, ਉਸ ਤੋਂ ਬਾਅਦ ਜਦੋਂ ਉੱਤੇ ਅਖਬਾਰ ਵਿਛਾ ਦਿੱਤੀ ਜਾਵੇ ਫਰਸ਼ ਦੇ ਉੱਪਰ ਤਾਂ ਕਾਰ ਨੂੰ ਚਲਾਈਏ ਤਾਂ ਫਿਰ ਉੱਥੇ ਰਗੜ ਬਲ ਲੱਗੇਗਾ, ਬਟ ਤੌਲੀਏ ਦੇ ਕੰਪੈਰੀਟਿਵਲੀ ਉਹ ਕੀ ਹੈ, ਘੱਟ ਹੋਏਗਾ। ਠੀਕ ਹੈ, ਤੇ ਉਸ ਤੋਂ ਬਾਅਦ ਬੱਚੇ ਜੇ ਸੁੱਕੇ ਫਰਸ਼ ਦੀ ਗੱਲ ਕਰੀਏ ਤਾਂ ਉਹ ਫਿਰ ਇਹਨਾਂ ਦੋਨਾਂ ਦੇ ਕੰਪੈਰੀਟਿਵਲੀ ਹੋਰ ਘੱਟ ਜਾਏਗਾ। ਠੀਕ ਹੈ, ਰਗੜ ਬਲ, ਤੇ ਸਭ ਤੋਂ ਘੱਟ ਕਿਹਦੇ ਵਿੱਚ ਹੋਏਗਾ, ਗਿੱਲੇ ਫਰਸ਼ ਦੇ ਉੱਪਰ, ਕਿਉਂਕਿ ਗਿੱਲੇ ਫਰਸ਼ ਦੇ ਉੱਪਰ ਕਾਰ ਨੇ ਜਿਹੜੀ ਆ ਉਹ ਸਲਿੱਪ ਜ਼ਿਆਦਾ ਕਰਨਾ। ਠੀਕ ਹੈ, ਜ਼ਿਆਦਾ ਗਤੀ ਦੇ ਨਾਲ ਚੱਲਣਾ ਹੈ। ਓਕੇ ਬੱਚੋ, ਤੋ ਗਿੱਲਾ ਫਰਸ਼, ਉਸ ਤੋਂ ਬਾਅਦ ਸੁੱਕਾ ਫਰਸ਼, ਫਿਰ ਅਖਬਾਰ ਤੇ ਲਾਸਟ ਵਿੱਚ ਤੌਲੀਆ। ਤੌਲੀਏ ਦੇ ਉੱਪਰ ਸਭ ਤੋਂ ਜ਼ਿਆਦਾ ਜਿਹੜੀ ਆ ਕੀ ਆ, ਫ੍ਰਿਕਸ਼ਨ ਲੱਗੇਗੀ। ਠੀਕ ਹੈ, ਇੱਥੇ ਕੀ ਆ, ਜ਼ਿਆਦਾ ਰਗੜ ਜਿਹੜਾ ਬਲ ਹੋਏਗਾ, ਮੋਰ ਫ੍ਰਿਕਸ਼ਨ ਵਿਲ ਬੀ देयर। ਓਕੇ ਬੱਚੋ, ਤੋ ਇਹ ਆਨਸਰ ਜਿਹੜਾ ਇਹਦਾ ਆਏਗਾ। ਠੀਕ ਹੈ, ਤੇ ਇਸੇ ਤਰ੍ਹਾਂ ਬੱਚੇ ਇੰਗਲਿਸ਼ ਮੀਡੀਅਮ ਕੇ ਸਭ ਤੋਂ ਪਹਿਲਾਂ ਵੈਟ ਮਾਰਬਲ ਫਲੋਰ, ਡਰਾਈ ਮਾਰਬਲ ਫਲੋਰ, ਉਸ ਤੋਂ ਬਾਅਦ ਨਿਊਜ਼ਪੇਪਰ ਐਂਡ ਦੈਨ ਟਾਵਲ। ਓਕੇ, ਉਸ ਤੋਂ ਬਾਅਦ ਬੱਚੇ ਨੈਕਸਟ ਕੁਐਸਚਨ ਹੈਗਾ, ਮੰਨ ਲਓ ਤੁਸੀਂ ਆਪਣੇ ਡੈਸਕ ਨੂੰ ਥੋੜ੍ਹਾ ਜਿਹਾ ਝੁਕਾਉਂਦੇ ਹੋ ਤੇ ਉੱਤੇ ਰੱਖੀ ਹੋਈ ਕਿਤਾਬ ਹੇਠਾਂ ਵੱਲ ਸਰਕਣਾ ਸ਼ੁਰੂ ਕਰ ਦਿੰਦੀ ਹੈ। ਇਹਨਾਂ ਉੱਤੇ ਲੱਗੇ ਰਗੜ ਬਲ ਦੀ ਦਿਸ਼ਾ ਨੂੰ ਦਰਸਾਓ। ਬੱਚੇ ਇਹਨੂੰ ਡੈਮੋਸਟ੍ਰੇਟ ਕਰਦੇ ਆ। ਮੰਨ ਲਓ ਤੁਹਾਡੇ ਕੋਲ ਇੱਕ ਕੀ ਹੈਗਾ, ਡੈਸਕ ਹੈ ਇਸ ਤਰ੍ਹਾਂ। ਠੀਕ ਹੈ, ਡੈਸਕ ਦੀਆਂ ਮੰਨ ਲਓ 2 ਲੈਗਸ ਦਿਖ ਰਹੀਆਂ ਸਾਨੂੰ, ਤੇ ਉਹਦੇ ਉੱਪਰ ਅਸੀਂ ਕੀ ਹੈਗਾ, ਇੱਕ ਇੱਦਾਂ ਆਬਜੈਕਟ ਰੱਖ ਦਿੱਤੀ। ਠੀਕ ਹੈ, ਤੇ ਹੁਣ ਅਸੀਂ ਕੀ ਕੀਤਾ, ਇਸ ਡੈਸਕ ਨੂੰ ਇਸ ਤਰ੍ਹਾਂ ਸਰਕਾ ਦਿੱਤਾ। ਠੀਕ ਹੈ, ਇਸ ਤਰ੍ਹਾਂ ਟੇਢਾ ਕਰ ਦਿੱਤਾ। ਟੇਢਾ ਕਰਨਾ ਕੀ ਹੋਣਾ, ਇਸ ਜਿਹੜੀ ਆਬਜੈਕਟ ਆ ਇਹਨ ਵੀ ਇਸ ਤਰ੍ਹਾਂ ਕੀ ਹੈਗਾ, ਥੱਲੇ ਨੂੰ ਸਰਕਣਾ ਸ਼ੁਰੂ ਕਰ ਦੇਣਾ। ਜਦੋਂ ਇਹਦਾ ਸਰਕਣਾ ਸ਼ੁਰੂ ਹੋ ਗਿਆ ਇਹਦਾ ਮਤਲਬ ਮੋਸ਼ਨ ਜਿਹੜਾ ਆ ਉਹਦਾ ਇਸ ਡਾਇਰੈਕਸ਼ਨ 'ਚ ਆ, ਤੇ ਥੱਲੇ ਵਾਲੇ ਟੇਬਲ ਨੇ ਇਹਦੀ ਉਲਟ ਦਿਸ਼ਾ ਦੇ ਵਿੱਚ ਕੀ ਆ, ਉੱਥੇ ਫ੍ਰਿਕਸ਼ਨ ਲਗਾਉਣੀ ਆ, ਜਿਹੜੀ ਕਿ ਸਲਾਈਡਿੰਗ ਫ੍ਰਿਕਸ਼ਨ ਹੋਏਗੀ। ਮਤਲਬ ਜਿਹੜੀ ਆ ਸਰਕਣਸ਼ੀਲ ਫ੍ਰਿਕਸ਼ਨ ਹੋਏਗੀ। ਠੀਕ ਹੈ, ਸਲਾਈਡਿੰਗ ਫ੍ਰਿਕਸ਼ਨ। ਤੋਂ ਰਗੜ ਬਲ ਦੀ ਦਿਸ਼ਾ ਕਿਤਾਬ ਦੀ ਦਿਸ਼ਾ ਦੇ ਕੀ ਹੋਏਗਾ, ਉਹ ਤੋਂ ਉਲਟ ਹੋਏਗਾ ਤੇ ਉੱਪਰ ਵੱਲ ਹੋਵੇਗੀ। ਇਹ ਕਿੱਧਰ ਨੂੰ ਹੋਣੀ ਹੈ, ਉੱਪਰ ਵੱਲ ਨੂੰ। ਓਕੇ ਬੱਚੋ, ਮੀਨਸ ਸਲਾਈਡਿੰਗ ਫੋਰਸ ਵਿਲ ਐਕਟ ਅਪਵਰਡ ਦ ਡਾਇਰੈਕਸ਼ਨ ਆਪੋਜ਼ਿਟ ਟੂ ਦੀ ਸਲਾਈਡਿੰਗ of the sliding book or sliding off book। ਓਕੇ ਬੱਚੋ, ਤੋ ਇਹ ਕੁਐਸਚਨ ਨੂੰ ਹੁਣ ਧਿਆਨ ਨਾਲ ਸਮਝ ਲਓ। ਠੀਕ ਹੈ, ਤੇ ਉਸ ਤੋਂ ਬਾਅਦ ਨੈਕਸਟ ਹੈਗਾ 5th ਕੁਐਸਚਨ। ਇਹ ਕੀ ਆ, ਮੰਨ ਲਓ ਦੁਰਘਟਨਾ ਕਾਰਨ ਸਾਬਣ ਤੇ ਦੇ ਪਾਣੀ ਨਾਲ ਭਰੀ ਬਾਲਟੀ ਸੰਗਮਰਮਰ ਦੇ ਕਿਸੇ ਫਰਸ਼ ਉੱਤੇ ਉਲਟ ਜਾਏ ਤੇ ਇਸ ਕਾਰਨ ਫਰਸ਼ ਉੱਤੇ ਚੱਲਣਾ ਆਸਾਨ ਹੋਵੇਗਾ ਜਾਂ ਔਖਾ। ਆਪਣੇ ਉੱਤਰ ਨੂੰ ਕਾਰਨ ਵਿੱਚ ਉੱਤਰ ਦਾ ਕਾਰਨ ਵੀ ਦੱਸੋ। ਤੇ ਬੱਚੇ ਜਿਹੜਾ ਸਾਬਣ ਵਾਲਾ ਪਾਣੀ ਹੈ, ਸੰਗਮਰਮਰ ਹੈ ਪਹਿਲਾਂ, ਤੇ ਸੰਗਮਰਮਰ ਤੇ ਦੇਖੋ ਰਗੜ ਉੱਦਾਂ ਹੀ ਬਹੁਤ ਘੱਟ ਹੋਣੀ ਹੈ। ਜਦੋਂ ਤੇ ਪਾਣੀ ਡੁੱਲ ਜਾਣਾ ਹੈ, ਪਾਣੀ ਕੀ ਹੁੰਦਾ, ਮੁਲਾਇਮ, ਉਹਦੇ ਵਿੱਚ ਸਾਬਣ ਹੈਗਾ। ਠੀਕ ਹੈ, ਸਾਬਣ ਹੋਣ ਕਰਕੇ ਉਹ ਪਾਣੀ ਜਿਹੜਾ ਉਹ ਮੁਲਾਇਮ ਹੋਏਗਾ, ਇਸ ਕਰਕੇ ਉਹਦੇ ਸਰਫੇਸ ਨੂੰ ਵੀ, ਮਤਲਬ ਸੰਗਮਰਮਰ ਦੇ ਸਰਫੇਸ ਨੂੰ ਵੀ ਕੀ ਆ, ਮੁਲਾਇਮ ਕਰ ਦੇਣਾ, ਜਿਹਦੇ ਕਰਕੇ ਉਹਦੇ ਉੱਪਰ ਚੱਲਣਾ ਜਿਹੜਾ ਆ ਮੁਸ਼ਕਿਲ ਹੋਵੇਗਾ, ਕਿਉਂਕਿ ਉੱਤੇ ਰਗੜ ਜਿਹੜੀ ਆ ਬਹੁਤ
ਘੱਟ ਹੋ ਜਾਵੇਗੀ, ਠੀਕ ਹੈ। तो रगड़ घट हो जाती है जिस कारण ਅਸੀਂ ਤਿਲਕ ਕੇ ਡਿੱਗ ਸਕਦੇ ਹਾਂ। ਇਸ ਲਈ ਗਿੱਲੇ ਫਰਸ਼ ਦੇ ਉੱਪਰ ਚੱਲਣਾ ਜਿਹੜਾ ਆ ਉਹ ਕੀ ਹੋਏਗਾ, ਔਖਾ ਹੋਏਗਾ, ਠੀਕ ਹੈ। ਉਹ ਉੱਥੇ ਕਾਰਨ ਕੀ ਹੈਗਾ, ਕਿਉਂਕਿ ਸਾਬਣ ਦਾ ਪਾਣੀ, ਸਾਬਣ ਜਿਹੜੇ ਆ ਬੇਸ ਹੁੰਦੇ ਆ ਮੁਲਾਇਮ ਹੁੰਦੇ ਨੇ ਤੇ ਉਹ ਗਿੱਲੇ ਫਰਸ਼ ਦੇ ਉੱਪਰ ਜਿਹੜੀ ਰਗੜ ਜਿਹੜੀ ਆ ਉਹਨੂੰ ਘਟਾ ਦੇਣਗੇ। ਓਕੇ ਬੱਚੋ, ਸੋ ਇਟ ਮੀਨਸ ਵੀ ਕੈਨ ਸੇ ਇਟ ਇਜ਼ ਡਿਫਿਕਲਟ ਟੂ ਵਾਕ ਔਨ ਦੀ soapy floor because soapy floor applies very less friction and hence we can slip on such floor। ਓਕੇ ਜੀ। ਉਸ ਤੋਂ ਬਾਅਦ ਬੱਚੇ ਨੈਕਸਟ ਕੁਐਸਚਨ, ਇਹ ਬੜਾ ਇੰਪੋਰਟੈਂਟ ਹੈਗਾ ਆ, ਇਹ ਪੇਪਰ 'ਚ ਆਮ ਤੌਰ 'ਤੇ ਪੁੱਛ ਲਿਆ ਜਾਂਦਾ ਕੁਐਸਚਨ, ਠੀਕ ਹੈ। ਤੋ ਇਹ ਕੀ ਹੈਗਾ, ਖਿਡਾਰੀ ਕਿੱਲਾਂ ਵਾਲੀ ਜੁੱਤੀ ਮਤਲਬ ਸਪਾਈਕਸ, ਠੀਕ ਹੈ। ਤੁਸੀਂ ਫੁੱਟਬਾਲ ਖੇਡਦੇ ਬੱਚਿਆਂ ਨੂੰ ਜ਼ਰੂਰ ਦੇਖਿਆ ਹੋਵੇਗਾ ਜਾਂ ਤੁਸੀਂ ਵੀ ਖੇਡਦੇ ਹੋਵੋਗੇ ਤਾਂ ਤੁਸੀਂ ਸਪਾਈਕਸ ਪਾਉਂਦੇ ਆ। ਉਹ ਸਪਾਈਕਸ ਕਿਉਂ ਪਾਉਂਦੇ, ਉਹਦਾ ਕਾਰਨ ਕੀ ਹੁੰਦਾ ਬੱਚੇ। ਸਪਾਈਕਸ ਹੁੰਦੇ ਕੀ ਆ, ਸਪਾਈਕਸ ਦੇ ਥੱਲੇ ਨਾ ਇਸ ਤਰ੍ਹਾਂ ਸੂਏ ਹੁੰਦੇ ਨੇ, ਸੂਇਆਂ ਵਾਲੇ ਬੂਟ ਜਿਹੜੇ ਹੁੰਦੇ ਨੇ, ਠੀਕ ਹੈ। ਤੋ ਉਹ ਉਹਨਾਂ ਦੇ ਉੱਪਰ ਬੱਚੇ ਉਹਨਾਂ ਦੇ ਬੂਟਾਂ ਦੇ ਇਹ ਕਾਰਨ ਕੀ ਹੁੰਦਾ, ਇਹ ਜਿਹੜੇ ਸਪਾਈਕਸ ਜਿਹੜੇ ਲੱਗੇ ਹੁੰਦੇ ਨੇ, ਮਤਲਬ ਇਹ ਜਿਹੜੇ ਸੂਏ ਲੱਗੇ ਹੁੰਦੇ ਨੇ, ਇਹਨਾਂ ਦਾ ਕਾਰਨ ਕੀ ਹੁੰਦਾ, ਇਹ ਮਿੱਟੀ ਨਾਲ ਕੀ ਹੈ ਉਹਦੀ ਜਕੜ ਵਧਾ ਦਿੰਦੇ ਆ, ਠੀਕ ਹੈ। ਜੋ ਬੂਟਾਂ ਦੀ, ਜਦੋਂ ਬੂਟਾਂ ਦੀ ਗਰਾਊਂਡ ਦੇ ਨਾਲ ਯਾਨੀ ਕਿ ਮਿੱਟੀ ਦੇ ਨਾਲ ਜਕੜ ਵੱਧ ਜਾਂਦੀ ਹੈ ਤਾਂ ਫਿਰ ਉਹਦੇ ਵਿੱਚ ਰਗੜ ਵਿੱਚ ਵਾਧਾ ਹੁੰਦਾ ਹੈ ਤੇ ਇਸ ਨਾਲ ਖਿਡਾਰੀ ਜਿਹੜਾ ਬਿਨਾਂ ਤਿਲਕੇ ਤੇਜ਼ੀ ਨਾਲ ਭੱਜ ਜਾਂ ਰੁਕ ਸਕਦਾ ਹੈ, ਠੀਕ ਹੈ। ਜਿੰਨੇ ਵੀ ਐਥਲੀਟ ਆ ਜਾਂ ਫੁੱਟਬਾਲ ਖੇਡਦੇ ਆ ਉਹ ਫਿਰ ਇਹੀ ਜੁੱਤੀਆਂ ਪਾਉਂਦੇ ਨੇ, ਠੀਕ ਹੈ। ਮੀਨਸ ਸਪੋਰਟਸਮੈਨ ਯੂਜ਼ ਸ਼ੂਜ਼ਿਸ ਵਿਦ ਸਪਾਈਕਸ because these shoes give them a better grip while running. This is because the force of friction between shoes and the ground increases with the help of spikes। ਓਕੇ ਬੱਚੋ, ਸੋ ਦਿਸ ਇਜ਼ ਵੈਰੀ ਮੱਚ ਇੰਪੋਰਟੈਂਟ ਕੁਐਸਚਨ ਹੈ, ਸਾਰੇ ਬੱਚਿਆਂ ਨੂੰ ਆਉਣਾ ਚਾਹੀਦਾ, ਠੀਕ ਹੈ। ਆਉਣ ਵਾਲੇ ਵੀਕਲੀ ਟੈਸਟ ਵਿੱਚ ਵੀ ਆਏਗਾ ਤੇ ਫਾਈਨਲ ਟੈਸਟ ਵਿੱਚ ਵੀ ਆਉਣ ਦੇ ਚਾਂਸ ਜਿਹੜੇ ਆ ਉਹ ਮੈਕਸਿਮਮ ਹੁੰਦੇ ਆ ਇਸ ਕੁਐਸਚਨ ਦੇ। ਓਕੇ, ਉਸ ਤੋਂ ਬਾਅਦ ਵਿੱਚ ਨੈਕਸਟ ਹੈਗਾ, ਇਕਬਾਲ ਨੇ ਇੱਕ ਹਲਕਾ ਬਕਸਾ ਧੱਕਣਾ ਹੈ ਤੇ ਸੀਮਾ ਨੇ ਉਸੇ ਫਰਸ਼ ਦੇ ਉੱਪਰ ਭਾਰਾ ਬਕਸਾ ਧੱਕਣਾ ਹੈ, ਠੀਕ ਹੈ। ਤੋ ਬੱਚੇ ਇੱਥੇ ਕੰਡੀਸ਼ਨ ਆ ਗਈਆਂ, ਇੱਕ ਇਕਬਾਲ ਇੱਕ ਪਰਸਨ ਦਾ ਨੇਮ ਹੈ, ਜਿਹਨ ਕੀ ਹੈ ਹਲਕਾ ਜਿਹੜਾ ਬਕਸਾ ਹੈਗਾ ਉਹਨੂੰ ਧੱਕਣਾ ਆ, ਠੀਕ ਹੈ। ਇਹ ਇਕਬਾਲ ਦਾ ਹੋ ਗਿਆ, ਓਕੇ। ਔਰ ਉਸ ਤੋਂ ਬਾਅਦ ਇੱਕ ਸੀਮਾ ਹੈਗੀ ਆ, ਸੀਮਾ ਨੇ ਕੀ ਹੈ ਭਾਰਾ ਬਕਸਾ ਧੱਕਣਾ ਹੈ, ਠੀਕ ਹੈ। ਇਹ ਸੀਮਾ ਦਾ ਬਕਸਾ ਹੋ ਗਿਆ। ਤੋ ਬੱਚੋ ਉਹਦੇ ਉੱਪਰ ਹੁਣ ਕਿਹਦੇ ਸਰਫੇਸ ਸੇਮ ਆ, ਠੀਕ ਹੈ। ਸਰਫੇਸ ਨੂੰ ਚੇਂਜ ਨਹੀਂ ਕੀਤਾ, ਸਰਫੇਸ ਉਹੀ ਆ, ਮਤਲਬ ਥੱਲੇ ਫਰਸ਼ ਉਹੀ ਹੈਗਾ। ਕਿਹਨੂੰ ਬੱਚੇ ਜ਼ਿਆਦਾ ਰਗੜ ਵੱਲ ਅਨੁਭਵ ਹੋਏਗਾ। ਪਿਆਰੇ ਵਿਦਿਆਰਥੀਓ, ਜਿਹੜਾ ਰਗੜ ਵੱਲ ਹੈ ਅਸੀਂ ਦੱਸਿਆ ਸੀ ਕਿ ਇਹ ਜਿਹੜੀ ਸਰਫੇਸ ਆਫ ਕੰਟੈਕਟ, ਮਤਲਬ ਜਿੰਨਾ ਸਰਫੇਸ ਕੰਟੈਕਟ ਵਿੱਚ ਹੈ ਉਹ 'ਤੇ ਨਿਰਭਰ ਕਰਦਾ। ਜਿੰਨਾ ਸਰਫੇਸ ਕੰਟੈਕਟ ਜ਼ਿਆਦਾ ਹੋਏਗਾ ਉਨਾ ਰਗੜ ਵੱਲ ਵੀ ਜਿਹੜਾ ਉਹ ਜ਼ਿਆਦਾ ਲੱਗੇਗਾ। ਭਾਵੇਂ ਉਹਨਾਂ ਦੀ ਨੇਚਰ ਸੇਮ ਆ ਪਰ ਇਹਦੇ ਵਿੱਚ ਹੋਇਆ ਕੀ, ਸਰਫੇਸ ਇੱਥੇ ਕੰਟੈਕਟ ਵਿੱਚ ਘੱਟ ਹੈਗਾ, ਠੀਕ ਹੈ, ਇੱਥੇ ਜ਼ਿਆਦਾ ਹੈ। ਔਰ ਸੈਕਿੰਡਲੀ ਉਹਦਾ ਵੇਟ ਜਿਹੜਾ ਉਹ ਥੱਲੇ ਨੂੰ ਪੈ ਰਿਹਾ, ਇਹਦਾ ਮਤਲਬ ਫ੍ਰਿਕਸ਼ਨਲ ਫੋਰਸ ਜਿਹੜੀ ਆ ਉਹ ਕਿਸ ਕੇਸ ਵਿੱਚ ਜ਼ਿਆਦਾ ਹੋਏਗੀ, ਸੀਮਾ ਵਾਲੇ ਕੇਸ ਦੇ ਵਿੱਚ, ਠੀਕ ਹੈ। ਤੋ ਇਹਨੂੰ ਲਗਾਉਣ ਲਈ ਜ਼ਿਆਦਾ ਬਲ ਲਗਾਉਣਾ ਪਏਗਾ, ਠੀਕ ਹੈ। ਤੋ ਜਿਹੜੀ ਸੀਮਾ ਹੈਗੀ ਆ ਉਹ ਵਧੇਰੇ ਰਗੜ ਬਲ ਜਿਹੜਾ ਮਹਿਸੂਸ ਕਰੇਗੀ ਓਪੋਜ਼ਿਟ ਡਾਇਰੈਕਸ਼ਨ ਦੇ ਵਿੱਚ, ਠੀਕ ਹੈ। ਰਗੜ ਬਲ ਆਉਣਾ ਦੋਨੋਂ ਕੇਸ ਦੇ ਵਿੱਚ ਓਪੋਜ਼ਿਟ ਡਾਇਰੈਕਸ਼ਨ 'ਚ ਆ। ਇੱਥੇ ਅਸੀਂ ਛੋਟਾ ਐਰੋ ਲਗਾ ਦਿੰਦੇ ਹਾਂ, ਇੱਥੇ ਅਸੀਂ ਵਿੱਚ ਵੱਡਾ ਐਰੋ ਲਗਾ ਦੂੰਗੇ, ਠੀਕ ਹੈ। ਤੋ ਇਹਦੇ ਵਿੱਚ ਜ਼ਿਆਦਾ ਬਲ ਜਿਹੜਾ ਆ ਉਹਨੂੰ ਲਗਾਉਣਾ ਪਊਗਾ, ਮਤਲਬ ਜ਼ਿਆਦਾ ਰਗੜ ਬਲ ਇੱਥੇ ਹੋਵੇਗਾ। ਓਕੇ ਬੱਚੋ, ਸੋ ਇਟ ਮੀਨਸ ਵੀ ਕੈਨ ਸੇ ਸੀਮਾ ਵਿਲ ਹੈਵ ਟੂ ਅਪਲਾਈ ਲਾਰਜਰ ਫੋਰਸ ਐਜ਼ ਅ ਹੈਵੀ ਬਾਕਸ ਇੰਟਰਲੌਕ ਵਿਦ ਗਰਾਊਂਡ ਟੂ ਮਚ ਐਕਸਟੈਂਟ, ਠੀਕ ਹੈ। ਤੋ ਹੈਵੀ ਬਾਕਸ ਹੈਵ a large force of friction। ਓਕੇ ਬੱਚੋ, ਸੋ ਦਿਸ ਇਜ਼ ਕੁਐਸਚਨ ਨੰਬਰ 7। ਉਸ ਤੋਂ ਬਾਅਦ ਕੁਐਸਚਨ ਨੰਬਰ 8 ਹੈਗਾ, ਇਹ ਕੀ ਆ, ਵਿਆਖਿਆ ਕਰੋ ਕਿ ਸਰਕਣਸ਼ੀਲ ਰਗੜ ਸਥਿਤਿਕ ਰਗੜ ਨਾਲੋਂ ਘੱਟ ਹੁੰਦੀ ਹੈ। ਬੱਚੇ ਅਸੀਂ ਪੜ੍ਹ ਕੇ ਆਏ ਹੋਣੀ, ਠੀਕ ਹੈ ਨਾ। ਤੇ ਸਟਾਰਟਿੰਗ ਵਿੱਚ ਹੀ ਕਿ ਸਥਿਤਿਕ ਰਗੜ ਜਿਹੜੀ ਆ ਉਹ ਕੀ ਹੁੰਦੀ ਹੈ, ਦੇਖੋ ਇੱਥੇ ਪੜ੍ਹਿਆ ਸੀ ਨਾ ਅਸੀਂ, ਇਹ ਟੌਪਿਕ ਇੱਥੇ ਕੀਤਾ ਸੀ ਕਿ ਸਥਿਤਿਕ ਰਗੜ ਜ਼ਿਆਦਾ ਹੁੰਦੀ ਹੈ, ਸਰਕਣਸ਼ੀਲ ਰਗੜ ਕੀ ਹੈ ਘੱਟ ਹੁੰਦੀ ਹੈ, ਠੀਕ ਹੈ। ਹੁਣ ਕਾਰਨ ਇਹਦਾ ਹੁਣ ਦੇਖੋ ਕੀ ਆ, ਇਹ ਅਸੀਂ ਹੁਣ ਪੜ੍ਹ ਲੈਂਦੇ ਹਾਂ, ਠੀਕ। ਹੁਣ ਇਹਦੇ ਵਿੱਚ ਹੁੰਦਾ ਕੀ ਹੈ ਕਿ ਜਦੋਂ ਇੱਕ ਵਸਤੂ ਦੂਜੀ ਵਸਤੂ ਦੇ ਉੱਤੇ ਗਤੀ ਕਰਨ ਲੱਗਦੀ ਹੈ ਤਾਂ ਦੋਵਾਂ ਵਸਤੂਆਂ ਦੀ ਸਤ੍ਹਾ ਵਿੱਚ ਆਪਸ ਵਿੱਚ ਅੰਤਰ ਬੰਧਨ ਨੂੰ ਬਣਾਉਣ ਲਈ ਘੱਟ ਸਮਾਂ ਮਿਲਦਾ ਹੈ। ਓਕੇ ਬੱਚੋ, ਮਤਲਬ ਜਦੋਂ ਆਬਜੈਕਟ ਨੇ ਕੀ ਆ ਉਹਨੂੰ ਮੂਵ ਕਰਨਾ ਸ਼ੁਰੂ ਕਰ ਦੇਣਾ ਦੂਸਰੀ ਆਬਜੈਕਟ ਦੇ ਉੱਪਰ, ਤੇ ਜਿਹੜਾ ਆ ਅੰਤਰ ਬੰਧਨ ਹੈ ਇਹਨਾਂ ਦਾ, ਠੀਕ ਹੈ, ਆਪਸ ਦੇ ਵਿੱਚ ਉਹਨੂੰ ਕੀ ਹੈਗਾ ਬਣਾਉਣ ਲਈ ਕੀ ਹੈਗਾ ਘੱਟ ਟਾਈਮ ਮਿਲਣਾ, ਕਿਉਂਕਿ ਉਹ ਬੋਡੀ ਜਿਹੜੀ ਆ ਸਰਕਣਾ ਸ਼ੁਰੂ ਕਰ ਗਈ। ਇਸ ਕਰਕੇ ਸਰਕਣਸ਼ੀਲ ਰਗੜ ਜਿਹੜੀ ਆ ਉਹ ਕੀ ਸਥਿਤਿਕ ਰਗੜ ਨਾਲੋਂ ਕੀ ਹੋਏਗੀ, ਘੱਟ ਹੋਏਗੀ। ਸਥਿਤਿਕ ਵਿੱਚ ਕੀ ਹੋਣਾ ਆ, ਉੱਥੇ ਆਬਜੈਕਟ ਜਿਹੜੀ ਆ ਉਹ ਰੈਸਟ ਵਿੱਚ ਹੀ ਹੋਣੀ ਹੈ ਤੇ ਅੰਤਰਬੰਧਨ ਜਿਹੜਾ ਆ ਉਹ ਜ਼ਿਆਦਾ ਦੇਰ ਲਈ ਹੋਏਗਾ। ਓਕੇ, ਉਹਨਾਂ ਨੂੰ ਬਣਾਉਣ ਵਿੱਚ ਜ਼ਿਆਦਾ ਸਮਾਂ ਮਿਲ ਜਾਣਾ, ਇਸ ਕਰਕੇ ਉੱਥੇ ਫਿਰ ਰਗੜ ਬਲ ਜਿਹੜਾ ਉਹ ਜ਼ਿਆਦਾ ਹੋ ਜਾਣਾ। ਓਕੇ, ਸੋ ਵੀ ਕੈਨ ਸੇ ਵੈਨ ਐਨ ਆਬਜੈਕਟ ਹੈਜ਼ already started moving, ਜਦੋਂ ਮੂਵ ਕਰਨਾ ਸ਼ੁਰੂ ਕਰ ਜਾਂਦੀ, the irregularities on the surface do not get enough time to lock into the irregularities on the surface of other object completely।
therefore the sliding friction is less than the static friction. Okay, so this question is also very important। और ਬੱਚੇ ਨੈਕਸਟ ਜਿਹੜਾ ਕੁਐਸਚਨ ਹੈ ਇਹ ਤਾਂ ਬੱਚੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈਗਾ, ਇਹ ਵੀ ਬਹੁਤ ਵਾਰ ਪੇਪਰ 'ਚ ਆਇਆ ਹੋਇਆ। ਮੋਸਟ ਇੰਪੋਰਟੈਂਟ ਕੁਐਸਚਨ ਇਹ ਹੈਗਾ ਕਿ ਰਗੜ ਜਿਹੜਾ ਆ ਇਹ ਕਿਸ ਤਰ੍ਹਾਂ ਸਾਡੇ ਦੁਸ਼ਮਣ ਵੀ ਆ ਤੇ ਮਿੱਤਰ ਵੀ ਹੈਗੇ ਆ। ਠੀਕ ਹੈ, ਮਤਲਬ ਵਰਣਨ ਕਰੋ ਰਗੜ ਕਿਸ ਤਰ੍ਹਾਂ ਦੁਸ਼ਮਣ ਅਤੇ ਮਿੱਤਰ ਦੋਵੇਂ ਹੈ। ठीक मीन्स गिव द एग्जाम्पल टू शो दैट द फ्रिक्शन इज बोथ अ फ्रेंड एंड फो। ओके, सो बच्चे मतलब कि ਅਸੀਂ ਇਹ ਕਹਿ ਸਕਦੇ ਕਿ ਫ੍ਰਿਕਸ਼ਨ ਦੀਆਂ ਐਡਵਾਂਟੇजेस ਵੀ ਹੈਗੀਆਂ ਤੇ ਡਿਸਐਡਵਾਂਟੇजेस ਵੀ ਹੈਗੀਆਂ। ਇੱਥੇ ਅਸੀਂ ਐਡਵਾਂਟੇजेस ਔਰ ਡਿਸਐਡਵਾਂਟੇजेस ਦੋਨੋਂ ਸਟੱਡੀ ਕਰ ਲੈਣੀਆਂ। ਬੱਚਿਓ ਰਗੜ ਮਿੱਤਰ ਕਿਸ ਤਰ੍ਹਾਂ ਹੈ ਪਿਆਰੇ ਵਿਦਿਆਰਥੀਓ, ਰਗੜ ਦੇ ਨਾਲ ਹੀ ਅਸੀਂ ਚੱਲਦੇ ਹਾਂ। ਠੀਕ ਹੈ, ਜੇ ਰਗੜ ਨਾ ਹੁੰਦੀ ਤਾਂ ਅਸੀਂ ਚੱਲ ਫਿਰ ਵੀ ਨਹੀਂ ਸਕਦੇ ਸੀਗੇ। ਓਕੇ, ਇਸੇ ਤਰ੍ਹਾਂ ਬੱਚੇ ਜੇ ਹੁਣ ਮੈਂ ਦੇਖੋ ਇਹ ਪੈਨ ਦੇ ਨਾਲ ਇੱਥੇ ਲਿਖ ਰਿਹਾ ਹਾਂ ਤੇ ਉਹ ਕਿਹਦੇ ਕਰਕੇ ਆ, ਰਗੜ ਦੇ ਕਰਕੇ। ਠੀਕ ਹੈ, ਰਗੜ ਦੇ ਕਾਰਨ ਹੀ ਅਸੀਂ ਕੀ ਆ ਲਿਖ ਸਕਦੇ ਹਾਂ। ਇੱਦਾਂ ਹੀ ਬੱਚੇ ਵਾਹਨਾਂ ਦੇ ਬ੍ਰੇਕ ਜਿਹੜੇ ਆ ਲਗਾ ਕੇ ਵਾਹਨਾਂ ਨੂੰ ਜਿਹੜੇ ਆ ਉਹ ਰੋਕ ਸਕਦੇ ਆ, ਇਹ ਵੀ ਕਿਹਦੇ ਕਰਕੇ ਆ, ਰਗੜ ਕਰਕੇ। ਉਸ ਤੋਂ ਬਾਅਦ ਅਸੀਂ ਕਿਸੇ ਵਸਤੂ ਨੂੰ ਪਕੜ ਸਕਦੇ ਹਾਂ, ਉਹ ਵੀ ਰਗੜ ਕਰਕੇ। ਠੀਕ ਹੈ, ਤੋ ਬੱਚੇ ਇਹ ਇਹਦੀਆਂ ਕੀ ਹੈਗੀਆਂ ਐਡਵਾਂਟੇजेस ਆ, ਮਤਲਬ ਰਗੜ ਇੱਕ ਤਰ੍ਹਾਂ ਦੀ ਸਾਡੀ ਮਿੱਤਰ ਆ ਤੇ ਬੱਚੇ ਜੇ ਮਿੱਤਰ ਆ ਤੇ ਦੁਸ਼ਮਣ ਵੀ ਆ। ਠੀਕ ਹੈ, ਪਰ ਦੁਸ਼ਮਣ ਕਿੱਦਾਂ ਆ, ਕਿਉਂਕਿ ਰਗੜ ਦੇ ਨਾਲ ਕੀ ਹੈਗਾ ਜਿਹੜੇ ਵਾਹਨ ਅਸੀਂ ਚਲਾ ਰਹੇ ਹਾਂ, ਠੀਕ ਹੈ, ਵਾਹਨਾਂ ਦੀ ਉਹਨੂੰ ਰੋਕ ਸਕਦੇ ਹਾਂ। ਰਗੜ ਨਾਲ ਘਸ ਕਰਕੇ ਜਿਹੜੇ ਟਾਇਰ ਹੈਗੇ ਆ ਉਹ ਵੀ ਘਸ ਜਾਂਦੇ ਆ। ਠੀਕ ਹੈ, ਥੱਲੇ ਰੋਡ ਦੇ ਨਾਲ ਰਗੜ ਜਦੋਂ ਵੇਲਣੀ ਰਗੜ ਹੁੰਦੀ ਆ ਉਹਦੇ ਵਿੱਚ ਤਾਂ ਉਹਦੇ ਨਾਲ ਕੀ ਆ ਟਾਇਰਾਂ ਦਾ ਘਸਣਾ ਜਿਹੜਾ ਉਹ ਸੰਭਵ ਹੁੰਦਾ ਆ। ਠੀਕ ਹੈ, ਉਹ ਜ਼ਰੂਰੀ ਹੁੰਦਾ ਹੋ ਹੀ ਜਾਂਦੇ ਆ ਉਹ। ਠੀਕ ਹੈ, ਇਹਦੀ ਬੱਚੇ ਮਸ਼ੀਨਾਂ ਦੇ ਪੁਰਜਿਆਂ ਦੀ ਟੁੱਟ ਭੱਜ ਵੀ ਵੱਧ ਜਾਂਦੀ ਹੈ। ਠੀਕ ਹੈ, ਤੇ ਉਹਦੇ ਨਾਲ ਕਾਫੀ ਊਰਜਾ ਤਾਪ ਊਰਜਾ ਵਿੱਚ ਬਦਲ ਕੇ ਕੀ ਆ ਵਿਅਰਥ ਚਲੀ ਜਾਂਦੀ ਹੈ। ਠੀਕ ਹੈ, ਮਤਲਬ ਕਾਫੀ ਊਰਜਾ ਜਿਹੜੀ ਆ ਉਹ ਤਾਪ ਊਰਜਾ ਦੇ ਵਿੱਚ ਹੀ ਬਦਲ ਜਾਂਦੀ, ਕਿਉਂਕਿ ਰਗੜ ਦੇ ਨਾਲ ਕੀ ਪੈਦਾ ਹੁੰਦੀ ਸੀ ਤੁਹਾਨੂੰ ਦੱਸਿਆ ਸੀ, ਹੀਟ। ਤੋਂ ਹੀਟ ਐਨਰਜੀ ਦੀ ਫਾਰਮ ਦੇ ਵਿੱਚ ਜਿਹੜੀ ਮੋਸਟ ਆਫ ਦੀ ਐਨਰਜੀ ਜਿਹੜੀ ਆ ਉਹ ਯੂਜ਼ ਅਪ ਹੋ ਜਾਂਦੀ, ਯੂਟੀਲਾਈਜ਼ ਹੋ ਜਾਂਦੀ ਹੈ। ਠੀਕ ਹੈ, ਮਤਲਬ ਉਹ ਇੱਕ ਤਰ੍ਹਾਂ ਦੀ ਵੇਸਟ ਐਨਰਜੀ ਹੋ ਗਈ। ਸੋ ਵੀ ਕੈਨ ਸੇ ਕਿ ਰਗੜ ਜਿਹੜਾ ਹੈਗਾ ਉਹ ਸਾਡਾ ਦੁਸ਼ਮਣ ਵੀ ਹੈ। ਠੀਕ ਹੈ, ਸੋ the advantages of friction are due to friction we are able to walk, we are able to write because of the friction between the tip of the pen and the paper। ठीक है, similarly there are some disadvantages because of friction the tires and soles of shoes wear out। okay, and friction produces the heat between the different parts of machine and this can damage the machine also। ठीक है, means most of the part of energy is utilized in the form of heat energy which is as a waste form of energy। ठीक है, ਉੱਥੇ ਫਿਰ wastage ਚਲੇ ਜਾਂਦੀ ਹੈ। ਮਤਲਬ ਕਿ ਰਗੜ ਇੱਕ ਤਰ੍ਹਾਂ ਦੇ ਸਾਡੇ ਮਿੱਤਰ ਵੀ ਆ ਤੇ ਦੁਸ਼ਮਣ ਵੀ ਹੈਗੇ ਆ। ਠੀਕ ਹੈ, ਸੋ this is the last question of this chapter। ਬੈਕ ਐਕਸਰਸਾਈਜ਼ ਜਿਹੜੀ NCERT ਦੀ ਹੈਗੀ ਆ ਉਹ ਇਹ ਲਾਸਟ ਕੁਐਸਚਨ ਸੀਗਾ ਇਸ ਚੈਪਟਰ। ਇਸ ਵੀਡੀਓ ਦੇ ਵਿੱਚ ਅਸੀਂ ਬੈਕ ਐਕਸਰਸਾਈਜ਼ ਦੇ ਕੁਐਸਚਨ ਵੀ ਪੜ੍ਹ ਲਏ। ਠੀਕ ਹੈ, ਇਹ MCQ ਵੀ ਸਾਰੇ ਬੱਚਿਆਂ ਨੇ ਚੰਗੀ ਤਰ੍ਹਾਂ ਕਰ ਲੈਣੇ। ਇਹ 2 ਹੀ MCQ ਹੈਗੇ ਆ, ਦੋਨੋਂ ਆਉਣੇ ਚਾਹੀਦੇ। ਔਰ ਇਹ ਫਿਲਅਪਸ ਜਿਹੜੀਆਂ ਨੇ ਇਹ ਵੀ ਚੰਗੀ ਤਰ੍ਹਾਂ ਸਾਰੇ ਬੱਚਿਆਂ ਨੂੰ ਆਉਣੀਆਂ ਚਾਹੀਦੀਆਂ। ਔਰ ਪਿਆਰੇ ਵਿਦਿਆਰਥੀਓ, ਇਹ ਫ੍ਰਿਕਸ਼ਨ ਦੀਆਂ ਅਸੀਂ ਕਿਸਮਾਂ ਪੜ੍ਹੀਆਂ। ਉਸ ਤੋਂ ਪਹਿਲਾਂ ਫ੍ਰਿਕਸ਼ਨ ਦਾ ਅਸੀਂ ਕਾਰਨ ਪੜ੍ਹਿਆ। ਉਸ ਤੋਂ ਸਭ ਤੋਂ ਪਹਿਲਾਂ ਅਸੀਂ ਫ੍ਰਿਕਸ਼ਨ ਦੀ ਕੀ ਪੜ੍ਹੀ ਸੀਗੀ, ਡੈਫੀਨੇਸ਼ਨ ਪੜ੍ਹੀ ਸੀ। ਠੀਕ ਹੈ, ਸੋ ਬੱਚੇ ਇਹਦੇ ਜਿਹੜੇ ਕੁਝ ਹੋਰ MCQs ਨੇ, ਇੰਪੋਰਟੈਂਟ MCQs ਨੇ, ਉਹ ਅਸੀਂ ਅਗਲੀ ਵੀਡੀਓ ਦੇ ਵਿੱਚ ਕਰਾਂਗੇ। ਤੇ ਇਸ ਵੀਡੀਓ ਦੇ ਵਿੱਚ ਸਿਰਫ ਅਸੀਂ ਬੈਕ ਐਕਸਰਸਾਈਜ਼ ਦੇ ਕੁਐਸਚਨ ਤੇ ਹੀ ਕਰਨੇ ਸੀ ਤੇ ਜਿਹੜੇ ਕਨਸੈਪਟ ਸੀਗਾ ਉਹਦੇ ਬਾਰੇ ਸਮਝਣਾ ਸੀਗਾ। ਓਕੇ ਬੱਚਿਓ, ਸੋ ਥੈਂਕ ਯੂ ਸੋ ਮਚ।